ਮੈਂ ਇੰਸਟਾਗ੍ਰਾਮ ਤੇ ਪੋਸਟ ਪਾਈ ਸੀਗੀ ਕਿ ਜੇ ਕਿਸੇ ਕੋਲ ਟੌਪਿਕ ਆ ਜਾਂ ਕੁਐਸਚਨ ਹੈਗਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ, ਮੈਂ ਉਸ 'ਤੇ ਅਪਕਮਿੰਗ ਵੀਡੀਓ ਬਣਾ ਸਕਦਾ। ਤਾਂ ਮੇਰੇ ਕੋਲ ਕੁਝ ਟੌਪਿਕ ਹੈਗੇ ਆ, ਮੈਨੂੰ ਰਿਪਲਾਈ ਆਇਆ। ਤਾਂ ਪਹਿਲਾ ਜੋ टॉपिक या पहला क्वेश्चन एक्चुअली लवप्रीत का, ज़्यादा एक्सपेक्टेशन से कैसे बचें, जो मिला है उससे सैटिस्फाई कैसे हो। ज़्यादा एक्सपेक्टेशन तो ਅਸੀਂ बच नहीं सकते। क्यों? क्योंकि एक्सपेक्टेशनस कदों आंदियां? एक्सपेक्टेशनस उदों आंदियां ਜਦੋਂ ਅਸੀਂ ਕਿਸੇ ਨਾਲ ਅਟੈਚ ਹੁੰਨੇ ਆ। ਕਿ ਜਦੋਂ ਵੀ ਸਾਡੇ ਅਸੀਂ ਕਿਸੇ ਨਾਲ ਵੀ ਅਟੈਚਡ ਹੁੰਨੇ ਆ, ਇਵਨ ਤੋਂ ਸਾਡੀ ਫੈਮਿਲੀ ਹੋ ਗਈ, ਸਾਡੇ ਫਰੈਂਡਸ ਹੋ ਗਿਆ, ਸਾਡੇ ਜੋ ਕਲੋਜ਼ਡ ਵਨਸ ਹੋ ਗਏ, ਜਾਂ ਕੋਈ ਵੀ ਆ ਜਿਸ ਨਾਲ ਵੀ ਅਸੀਂ ਅਟੈਚ ਹੁੰਨੇ ਆ, ਉਹਦੇ ਨਾਲ ਕੀ ਆ ਸਾਡੀ ਐਕਸਪੈਕਟੇਸ਼ਨਸ ਆਟੋਮੈਟਿਕਲੀ ਆ ਜਾਂਦੀਆਂ। ਤੇ ਇਹ ਬੁਰੀਆਂ ਨਹੀਂ ਹੁੰਦੀਆਂ ਐਕਸਪੈਕਟੇਸ਼ਨਸ, ਹਾਂ ਅਨਰੀਅਲਿਸਟਿਕ ਬੁਰੀਆਂ ਹੁੰਦੀਆਂ। ਜਿੱਦਾਂ ਹੁਣ ਐਗਜ਼ਾਮਪਲ, ਕੋਈ ਅਸੀਂ ਕਿਸੇ ਨੂੰ ਰਿਸਪੈਕਟ ਦੇ ਰਹੇ ਹਾਂ ਤੇ ਅਸੀਂ ਐਕਸਪੈਕਟ ਕਰਦੇ ਹਾਂ ਰਿਸਪੈਕਟ ਰਿਟਰਨ ਦੇ ਵਿੱਚ, ਤਾਂ ਬੁਰੀ ਨਹੀਂ ਹੈਗੀ, ਉਹ ਹੋਣੀ ਚਾਹੀਦੀ ਆ। ਕਿਉਂਕਿ ਜੇ ਤੁਸੀਂ ਕੁਝ ਐਕਸਪੈਕਟ ਹੀ ਨਹੀਂ ਕਰਦੇ ਪਏ ਤਾਂ ਅਗਲਾ ਬੰਦਾ ਆਪਣੇ ਮਰਜ਼ੀ ਦੇ ਹਿਸਾਬ ਦੇ ਨਾਲ ਤੁਹਾਨੂੰ ਯੂਜ਼ ਕਰ ਸਕਦਾ। ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਰਦੇ ਆ, ਕਿਸੇ ਐਕਸਪੈਕਟੇਸ਼ਨ ਦੇ ਨਾਲ ਕੰਮ ਕਰਦੇ ਆ ਕਿ ਹਾਂ ਵੀ ਇਹਦਾ ਜੋ ਰਿਜ਼ਲਟ ਆ, ਮੇਰੀ ਐਕਸਪੈਕਟੇਸ਼ਨ ਇਹ ਹੈ ਕਿ ਇਹਦਾ ਰਿਜ਼ਲਟ ਇਹ ਹੋਣਾ ਚਾਹੀਦਾ, ਫਿਰ ਉਹ ਕੰਮ ਵੀ ਠੀਕ ਰਹਿੰਦਾ ਹੈ। ਉਹ ਕੰਮ ਕਰਨ ਦਾ ਜੋ ਪਰਪਸ ਆ, ਜੋ ਮੋਟਿਵ ਆ, ਉਹ ਵੀ ਠੀਕ ਰਹਿੰਦਾ। ਉਹ ਤੁਹਾਨੂੰ ਇੱਕ ਤਰ੍ਹਾਂ ਦੀ ਡਾਇਰੈਕਸ਼ਨ ਦਿੰਦਾ ਆ। ਤੇ ਐਕਸਪੈਕਟੇਸ਼ਨ ਬੁਰੀਆਂ ਉਦੋਂ ਹੋ ਜਾਂਦੀਆਂ ਵਾ ਕਿ ਜਦੋਂ ਉਹ ਅਨਰੀਅਲਿਸਟਿਕ ਹੋ ਜਾਂਦੀਆਂ, ਜਦੋਂ ਅਸੀਂ ਕੁਝ ਵੀ ਸੋਚ ਕੇ ਤੇ ਕੁਝ ਵੀ ਐਕਸਪੈਕਟ ਕਰਨ ਲੱਗ ਜਾਂਦੇ ਆ। ਜਿੱਦਾਂ ਇੱਕ ਤਰ੍ਹਾਂ ਦੀ ਆਪਣੀ ਖਿਆਲੀ ਦੁਨੀਆ, ਜਦੋਂ ਅਸੀਂ ਆਪਣੀ ਖਿਆਲੀ ਦੁਨੀਆ ਦੇ ਵਿੱਚ ਗਵਾਚ ਜਾਂਦੇ ਆ ਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕੀ ਰੀਅਲ ਆ ਤੇ ਕੀ ਅਨਰੀਅਲ ਆ, ਕੀ ਆ ਜੋ ਸਾਡੇ ਨਾਲ ਲਾਈਫ ਦੇ ਵਿੱਚ ਉਹ ਹੁਣ ਹੋ ਰਿਹਾ ਵਾ ਤੇ ਕੀ ਆ ਜੋ ਸਿਰਫ ਖਿਆਲਾਂ 'ਚ ਹੀ ਆ, ਜਿਹਦਾ ਹੋਣ ਦੇ ਨਾਲ ਕੋਈ ਤਾਲੁਕਾਤ ਹੀ ਨਹੀਂ ਹੈਗਾ, ਕੋਈ ਲਿੰਕ ਹੀ ਨਹੀਂ ਹੈਗਾ। ਤਾਂ ਜਦੋਂ ਅਸੀਂ ਉਸ ਇਮੈਜਿਨਰੀ ਵਰਲਡ, ਜਦੋਂ ਉਸ ਖਿਆਲੀ ਦੁਨੀਆ ਦੇ ਵਿੱਚ ਗਵਾਚ ਕੇ ਅਸੀਂ ਕੁਝ ਵੀ ਸੋਚਣ ਲੱਗ ਜਾਂਦੇ ਆ, ਉਹ ਹੋ ਜਾਂਦੀ ਹੈ ਅਨਰੀਅਲਿਸਟਿਕ ਐਕਸਪੈਕਟੇਸ਼ਨਸ। ਕਿ ਕੁਝ ਵੀ ਸੋਚ ਕੇ ਅਸੀਂ ਕੁਝ ਵੀ ਐਕਸਪੈਕਟ ਕਰਦੇ ਆ, ਉਹ ਬੁਰੀਆਂ ਹੁੰਦੀਆਂ। ਕਿਉਂ? ਕਿਉਂਕਿ ਉਹਦਾ ਜੋ ਰਿਐਲਿਟੀ ਹੈ, ਜੋ ਸਾਡੇ ਸਰਕਮਸਟੈਂਸਿਸ ਹੈਗੇ ਆ, ਹੁਣ ਜੋ ਹਾਲਾਤ ਹੈਗੇ ਆ, ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਜਦੋਂ ਇਦਾਂ ਅਸੀਂ ਸੋਚਦੇ ਆ ਫਿਰ ਐਕਸਪੈਕਟੇਸ਼ਨ ਹਰਟ ਕਰਦੀਆਂ। ਕਿਉਂ? ਕਿਉਂਕਿ ਅਸੀਂ ਕੁਝ ਹੋਰ ਸੋਚਿਆ ਹੁੰਦਾ ਤੇ ਹੋ ਕੁਝ ਹੋਰ ਰਿਹਾ ਹੁੰਦਾ। ਜਦੋਂ ਇਹ ਦੋਨੇ ਮੈਚ ਨਹੀਂ ਹੁੰਦੇ ਫਿਰ ਅਸੀਂ ਦੁਖੀ ਹੋ ਜਾਂਦੇ ਆ। ਇਸ ਲਈ ਐਕਸਪੈਕਟੇਸ਼ਨਸ ਉਹੀ ਰੱਖੋ ਜੋ ਸਾਡੇ ਨਾਲ ਲਿੰਕ ਹੋਣ, ਜੋ ਰੀਅਲਿਸਟਿਕ ਹੋਣ, ਜੋ ਜਿਸ ਦੀ ਹੋਣ ਦੀ ਪੋਸੀਬਿਲਿਟੀ ਵੀ ਹੋਵੇ। ਜਦੋਂ ਅਸੀਂ ਇਦਾਂ ਐਕਸਪੈਕਟੇਸ਼ਨ ਰੱਖਦੇ ਆ ਫਿਰ ਉਹ ਸਹੀ ਨਹੀਂ ਹੈਗੀਆਂ, ਫਿਰ ਸਾਨੂੰ ਇੱਕ ਤਰ੍ਹਾਂ ਦੀ ਉਹ ਗਾਈਡ ਕਰਦੀਆਂ, ਫਿਰ ਸਾਨੂੰ ਇੱਕ ਤਰ੍ਹਾਂ ਦੀ ਉਹ ਇੱਕ ਸੈਂਸ ਆਫ ਸਿਕਿਉਰਿਟੀ ਦਿੰਦੀ ਆ ਅੰਦਰ, ਕਿ ਸਾਡੀ ਇੱਕ ਸੈਲਫ ਵੈਲਿਊ ਬਣਦੀ ਆ ਕਿ ਮੈਂ ਹੁਣ ਕੁਝ ਵੀ ਕਰਦਾ ਤੇ ਮੈਂ ਐਕਸਪੈਕਟ ਕਰਦਾ ਕਿ ਮੈਨੂੰ ਇਹਦੇ ਵਿੱਚ ਰਿਸਪੈਕਟ ਮਿਲਣੀ ਚਾਹੀਦੀ ਹੈ, ਜਾਂ ਮੈਨੂੰ ਕੋਈ ਜੌਬ ਕਰਦਾ ਕਿ ਮੈਨੂੰ ਇਹਦੇ ਵਿੱਚ ਇੰਨੀ ਇਨਕਮ ਆਣੀ ਚਾਹੀਦੀ ਆ। ਜੋ ਮਿਲਾ ਹੈ ਉਸਸੇ ਸੈਟੀਸਫਾਈ ਕੈਸੇ ਹੋ। ਹੁਣ ਇਸ ਚੀਜ਼ ਨੂੰ ਆਪਾਂ ਕਹਿ ਤਾਂ ਦਿੰਨੇ ਆ ਕਿ ਜੋ ਮਿਲਿਆ ਆਪਾਂ ਉਹਦੇ ਵਿੱਚ ਸੈਟੀਸਫਾਈ ਹੋ ਜਾਈਏ। ਕਹਿਣਾ ਤਾਂ ਸੌਖਾ, ਪਰ ਇਹਨੂੰ ਜੋ ਸਮਝਣਾ ਉਹ ਇੱਕ ਨੈਕਸਟ ਲੈਵਲ ਦੀ ਅੰਡਰਸਟੈਂਡਿੰਗ ਚਾਹੀਦੀ ਹੈ। ਹੁਣ ਜੋ ਮਿਲਿਆ ਉਹਨੂੰ ਸੈਟੀਸਫਾਈ ਉਦੋਂ ਹੋਇਆ ਜਾ ਸਕਦਾ ਕਿ ਜਦੋਂ ਅਸੀਂ ਇੱਕ ਲੈਵਲ ਤੇ ਪਹੁੰਚ ਜਾਂਦੇ ਹਾਂ, ਇੱਕ ਸਮਝ ਦੇ ਲੈਵਲ ਤੇ ਪਹੁੰਚ ਜਾਂਦੇ ਹਾਂ ਕਿ ਇਸ ਦੁਨੀਆ ਤੇ ਜਿੰਨਾ ਵੀ ਅਚੀਵ ਕਰ ਲਓ ਸਭ ਥੋੜਾ ਹੋ ਜਾਂਦਾ ਹੈ। ਕਿਉਂਕਿ ਮਾਈਂਡ ਦੇ ਲੈਵਲ ਤੇ ਪ੍ਰੋਬਲਮ ਤਾਂ ਕੀ ਆ, ਅਸੀਂ ਉਸ ਚੀਜ਼ ਦੀ ਇੰਪੋਰਟੈਂਸ ਉਦੋਂ ਤੱਕ ਹੀ ਹੈਗੀ ਆ ਜਦੋਂ ਤੱਕ ਉਹ ਸਾਡੇ ਕੋਲ ਨਹੀਂ ਹੈਗੀ। ਜਦੋਂ ਵੀ ਮਾਈਂਡ ਦੇ ਲੈਵਲ ਤੋਂ ਚੀਜ਼ ਮਿਲ ਜਾਂਦੀ ਹੈ ਨਾ, ਮਾਈਂਡ ਉਸ ਨੂੰ ਗ੍ਰਾਸਪ ਨਹੀਂ ਕਰਦਾ, ਉਸ ਤੇ ਅਟਕਿਆ ਨਹੀਂ ਰਹਿੰਦਾ, ਉਹਨੂੰ ਨੈਕਸਟ ਅੱਗੇ ਕੀ ਚਾਹੀਦਾ। ਜੋ ਮਿਲ ਜਾਂਦਾ ਉਹ ਤਾਂ ਅਸੀਂ ਗਰੰਟਡ ਲਏ ਨੇ, ਉਹ ਤਾਂ ਬਸ ਹੋ ਗਿਆ ਸਾਡਾ, ਹੁਣ ਅੱਗੇ ਕੀ ਕਰਨਾ। ਜੋ ਸਾਡਾ ਮਾਈਂਡ ਇਸ ਲੂਪ ਦੇ ਵਿੱਚ ਫਸ ਜਾਂਦਾ ਨਾ, ਫਿਰ ਕੀ ਹੁੰਦਾ, ਫਿਰ ਸਾਨੂੰ ਦੁਨੀਆ ਜਹਾਨ ਤੋਂ ਤੁਸੀਂ ਭਾਵੇਂ ਪੂਰੀ ਧਰਤੀ ਤੇ ਕਬਜ਼ਾ ਕਰ ਲਓ, ਫਿਰ ਵੀ ਤੁਸੀਂ ਨੈਕਸਟ ਅੱਗੇ ਲੱਭੀ ਜਾਣਾ, ਹੁਣ ਅੱਗੇ ਕੀ ਹੋਰ ਕੀ। ਜਦੋਂ ਅਸੀਂ ਇਸ ਕਨਸੈਪਟ ਦੇ ਮਾਈਂਡ ਦੇ ਇਸ ਕਨਸੈਪਟ ਨੂੰ ਸਮਝ ਲੈਂਦੇ ਆ ਨਾ, ਫਿਰ ਕੀ ਹੁੰਦਾ, ਫਿਰ ਇੱਕ ਅੰਦਰ ਇੱਕ ਠਹਿਰਾਵ ਆਉਣਾ ਸ਼ੁਰੂ ਹੋ ਜਾਂਦਾ ਕਿ ਜਦੋਂ ਸਾਨੂੰ ਇਹ ਸਮਝ ਆ ਜਾਂਦਾ ਕਿ ਜਿੰਨਾ ਵੀ ਹੈਗਾ, ਜੋ ਵੀ ਹੈਗਾ, ਮੈਂ ਚਾਹੇ ਸਭ ਕੁਝ ਅਚੀਵ ਕਰ ਲਵਾਂ, ਪਰ ਮਾਈਂਡ ਦੇ ਲੈਵਲ ਤੇ ਕੋਈ ਵੀ ਸਟਾਪ ਸਾਈਨ ਨਹੀਂ ਹੈਗਾ। ਜੋ ਅਸੀਂ ਇਸ ਚੀਜ਼ ਨੂੰ ਸਮਝ ਲੈਂਦੇ ਆ, ਮਾਈਂਡ ਦੀ ਇਸ ਮਨ ਦੀ ਆਪਣੇ ਦੀ ਇਸ ਆਪਾਂ ਕਹਿ ਸਕਦੇ ਇਸ ਟੈਕਨੀਕ ਨੂੰ ਸਮਝ ਲੈਂਦੇ ਆ, ਫਿਰ ਕੀ ਆ, ਫਿਰ ਅੰਦਰ ਇੱਕ ਸੈਟੀਸਫੈਕਸ਼ਨ ਆਣਾ ਆਪਣੇ ਆਪ ਸ਼ੁਰੂ ਹੁੰਦਾ ਆ। ਫਿਰ ਇੱਕ ਉਹ ਸੈਟੀਸਫੈਕਸ਼ਨ ਜਿਹੜਾ ਨਾ, ਉਹ ਵਰਡਸ ਦੇ ਨਾਲ ਨਹੀਂ ਆਉਂਦਾ, ਉਹ ਸੋਚ ਦੇ ਵਿਚਾਰ ਲੈਵਲ ਤੇ ਨਹੀਂ ਆਉਂਦਾ, ਉਹ ਸਮਝ ਦੇ ਲੈਵਲ ਤੇ ਆਉਂਦਾ। ਜਦੋਂ ਅਸੀਂ ਇਸ ਚੀਜ਼ ਨੂੰ ਸਮਝ ਲੈਂਦੇ ਆ ਕਿ ਜਿੰਨਾ ਮੇਰੇ ਕੋਲ ਚਾਹੀਦਾ ਮੇਰੇ ਕੋਲ ਓਨਾ ਹੈਗਾ, ਹੁਣ ਇਸ ਤੋਂ ਅੱਗੇ ਜੋ ਵੀ ਆ ਉਹ ਮੇਰੀ ਗਰੀਡ ਆ। ਹੁਣ ਜਦੋਂ ਅਸੀਂ ਇਸ ਨੂੰ ਸਮਝ ਲੈਂਦੇ ਕਿ ਮੈਨੂੰ ਕਿੰਨਾ ਚਾਹੀਦਾ ਤੇ ਮੈਨੂੰ ਕਿੰਨਾ ਹੋਣਾ ਚਾਹੀਦਾ, ਫਿਰ ਇਸ ਤੋਂ ਅੱਗੇ ਜੋ ਵੀ ਗਰੀਡ ਆ ਉਸ ਤੇ ਕੰਮ ਨਹੀਂ ਕਰਦੇ, ਫਿਰ ਇੱਕ ਠਹਿਰਾਵ ਆਉਣਾ ਆਪਣੇ ਆਪ ਸ਼ੁਰੂ ਹੋ ਜਾਂਦਾ। ਹੁਣ ਇਹਦੇ ਵਿੱਚ ਟਰੈਪ ਕੀ ਆਉਂਦਾ, ਹੁਣੇ ਮੇਰੇ ਮਾਈਂਡ 'ਚ ਇੱਕ ਚੀਜ਼ ਆਈ ਆ, ਟਰੈਪ ਆਉਂਦਾ ਕਿ ਸਾਡੇ ਕੋਲ ਜਿੰਨਾ ਚਾਹੀਦਾ ਸਾਡੇ ਕੋਲ ਉਨਾ ਹੀ ਨਹੀਂ ਹੈਗਾ। ਹੁਣ ਤੁਸੀਂ ਸੈਟੀਸਫਾਈ ਹੋ ਕੇ ਕਰੋਗੇ ਕੀ? ਤੁਸੀਂ ਹੋ ਹੀ ਨਹੀਂ ਸਕਦੇ ਸੈਟੀਸਫਾਈ, ਤੁਹਾਨੂੰ ਹੋਣਾ ਵੀ ਨਹੀਂ ਚਾਹੀਦਾ। ਕਿਉਂ? ਕਿਉਂਕਿ
ਜੇ ਤੁਸੀਂ ਹੁਣ ਸੈਟੀਸਫਾਈ ਹੋਗੇ, ਤੁਹਾਡੀ ਜੋ ਨੀਡ ਹੀ ਨਹੀਂ ਪੂਰੀ ਹੋ ਰਹੀ, ਤਾਂ ਫਿਰ ਕੀ ਹੈ, ਇੱਕ ਪਿੰਜਰੇ 'ਚ ਹੋਏ ਨਾ ਤੁਸੀਂ ਚਾਹ ਕੇ ਵੀ ਉਸ ਵਿਚਾਰ ਨੂੰ ਛੱਡ ਹੀ ਨਹੀਂ ਸਕਦੇ। ਐਗਜ਼ਾਮਪਲ, ਮੇਰੇ ਕੋਲ ਰੋਟੀ ਲਈ ਪੈਸੇ ਹੀ ਨਹੀਂ ਹੈਗੇ ਤੇ ਮੈਂ ਗੱਲਾਂ ਕਰਦਾ ਸੈਟੀਸਫਾਈ ਹੋਣ ਦੀਆਂ, ਮੈਂ ਹੋ ਹੀ ਨਹੀਂ ਸਕਦਾ, ਮੈਨੂੰ ਹੋਣਾ ਹੀ ਨਹੀਂ ਚਾਹੀਦਾ। ਜੇ ਮੈਨੂੰ ਕੁਝ ਚਾਹੀਦਾ, ਮੈਨੂੰ ਉਹਦੇ ਲਈ ਕੰਮ ਕਰਨਾ ਪੈਣਾ, ਮੈਨੂੰ ਆਪਣੇ ਆਪ ਨੂੰ ਨੈਕਸਟ ਲੈਵਲ ਤੇ ਲੈ ਕੇ ਜਾਣਾ ਪੈਣਾ, ਮੈਨੂੰ ਆਪਣੇ ਆਪ ਨੂੰ ਉੱਪਰ ਚੱਕਣਾ ਹੀ ਪੈਣਾ ਹੈ, ਉੱਪਰ ਉੱਠਣਾ ਹੀ ਪੈਣਾ ਹੈ ਇਸ ਲੈਵਲ ਤੋਂ। ਤਾਂ ਫਿਰ ਜਦੋਂ ਆਪਾਂ ਇਦਾਂ ਸੈਟੀਸਫਾਈ ਦੀ ਗੱਲਾਂ ਕਰਦੇ ਨਾ, ਫਿਰ ਕੀ ਹੁੰਦਾ, ਇੱਕ ਟਰੈਪ ਆ ਜਾਂਦਾ ਹੈ। ਮੋਸਟਲੀ ਲੋਕ ਨਾ ਇਸੇ ਟਰੈਪ 'ਚ ਫਸੇ ਹੋਏ ਆ। ਆਪਣੇ ਕੋਲ, ਉਹਨਾਂ ਕੋਲ ਆਪਣੀ ਨੀਡ ਲਈ ਵੀ ਪੈਸੇ ਨਹੀਂ ਹੈਗੇ ਤੇ ਉਹ ਗੱਲਾਂ ਕਰਦੇ ਆ ਧਾਰਮਿਕ ਦੀਆਂ, ਗੱਲਾਂ ਕਰਦੇ ਆ ਰਿਲੀਜੀਅਸ ਸਪਿਰਿਚੁਅਲਿਟੀ ਦੀਆਂ, ਗੱਲਾਂ ਕਰਦੇ ਆ ਕਿ ਅਸੀਂ ਤਾਂ ਬਹੁਤ ਜ਼ਿੰਦਗੀ ਤੋਂ ਬਹੁਤ ਸੰਤੁਸ਼ਟ ਆ, ਜੋ ਹੈ ਜਿੱਧਰ ਹੈ ਠੀਕ ਆ। ਤੁਸੀਂ ਕਹਾਣੀ ਸੁਣੀ ਆ ਅੰਗੂਰ ਖੱਟੇ ਹੈ? ਉਹ ਕਹਾਣੀ ਯਾਦ ਕਰੋ। ਕੀ ਆ ਕਿ ਉਹ ਇੱਕ ਜੋ ਲੋਮੜੀ ਆ ਅੰਗੂਰਾਂ ਤੱਕ ਪਹੁੰਚ ਨਹੀਂ ਪਾਉਂਦੀ ਤੇ ਫਿਰ ਕਹਿੰਦੀ ਆ ਕਿ ਅੰਗੂਰ ਹੀ ਖੱਟੇ ਆ। ਮੀਨਸ ਕਿ ਤੁਸੀਂ ਲਾਈਫ ਦੇ ਵਿੱਚ ਕੁਝ ਕੀਤਾ ਹੀ ਨਹੀਂ ਹੈਗਾ ਤੇ ਤੁਸੀਂ ਕਹਿੰਦੇ ਕਿ ਮੈਂ ਸੈਟੀਸਫਾਈ ਹੋ ਜਾਣਾ। ਇਹ ਕੋਈ ਹਲਵਾ ਨਹੀਂ ਹੈਗਾ ਕਿ ਤੁਸੀਂ ਕੁਝ ਨਹੀਂ ਕੀਤਾ ਤੇ ਬਸ ਇਹ ਹੋ ਗਿਆ। ਇੱਕ ਸਮਝ ਆ, ਇਹ ਸਮਝ ਉਦੋਂ ਆਉਂਦੀ ਕਿ ਜਦੋਂ ਤੁਸੀਂ ਸੱਚੀ ਅੰਗੂਰ ਖਾਦੇ ਆ ਤੇ ਫਿਰ ਦੇਖਿਆ ਵਾ ਕਿ ਅੰਗੂਰ ਖੱਟੇ ਆ, ਫਿਰ ਤੁਸੀਂ ਕਹਿ ਰਹੇ ਅੰਗੂਰ ਖੱਟੇ ਆ, ਫਿਰ ਤੁਸੀਂ ਸੈਟੀਸਫਾਈ ਹੋ ਰਹੇ ਆ। ਦੈਟ ਮੇਕਸ ਅ ਸੈਂਸ। ਫਿਰ ਹੀ ਤੁਹਾਡਾ ਮਾਈਂਡ ਹੈ ਜੋ ਸ਼ਾਂਤ ਹੋ ਸਕਦਾ, ਫਿਰ ਹੀ ਤੁਹਾਡਾ ਮਾਈਂਡ ਹੈ ਜੋ ਸੈਟੀਸਫਾਈ ਹੋ ਸਕਦਾ। ਜਦ ਤੱਕ ਤੁਸੀਂ ਇਸ ਚੀਜ਼ ਨੂੰ ਨਹੀਂ ਦੇਖਦੇ ਤਾਂ ਮਾਈਂਡ ਸੈਟੀਸਫਾਈ ਨਹੀਂ ਹੋ ਸਕਦਾ। ਇਸ ਲਈ ਸੈਟੀਸਫਾਈ ਨਾ ਹੋ। ਜੇ ਲਾਈਫ ਦੇ ਵਿੱਚ ਨੀਡ ਹੈਗੀ ਆ, ਜੇ ਕਿਸੇ ਜ਼ਰੂਰਤ ਹੈਗੀ ਆ ਜ਼ਿੰਦਗੀ ਦੇ ਵਿੱਚ ਕਿ ਹਾਂ ਪਤਾ ਵਾ ਕਿ ਕਿਸ ਚੀਜ਼ ਦੀ ਕਮੀ ਆ ਸਾਡੀ ਲਾਈਫ ਦੇ ਵਿੱਚ, ਪੈਸੇ ਦੀ ਕਮੀ ਆ, ਤਾਂ ਉਸ ਲਈ ਕੰਮ ਕਰਨਾ ਸਹੀ ਚੀਜ਼ ਆ, ਗਲਤ ਚੀਜ਼ ਨਹੀਂ ਹੈਗੀ। ਮਿਹਨਤ ਕਰਨੀ ਚਾਹੀਦੀ ਆ। ਹਾਂ, ਜੇ ਇੱਕ ਲੈਵਲ ਤੇ ਇੱਕ ਇਨਸਾਨ ਪਹੁੰਚ ਚੁੱਕਾ, ਜਿਹਨੂੰ ਪਤਾ ਹੁਣ ਮੇਰੇ ਕੋਲ ਇੰਨਾ ਪੈਸਾ ਹੈਗਾ ਕਿ ਮੈਨੂੰ ਹੁਣ ਨੀਡ ਦੀ ਕੋਈ ਟੈਨਸ਼ਨ ਨਹੀਂ ਹੈਗੀ, ਮੈਨੂੰ ਖਾਣ ਪੀਣ ਦੀ, ਰਹਿਣ ਸਹਿਣ ਦੀ ਕੋਈ ਟੈਨਸ਼ਨ ਨਹੀਂ ਹੈਗੀ, ਮੈਂ ਪੈਸੇ ਤੋਂ ਉੱਪਰ ਆ, ਫਿਰ ਉਸ ਦਾ ਨੈਕਸਟ ਲੈਵਲ ਤੇ ਜਾ ਕੇ ਉਸ ਦਾ ਇਸ ਚੀਜ਼ ਨੂੰ ਸਮਝਣ ਤੇ ਉਹਦਾ ਦਿਮਾਗ ਸਮਝਣ ਤੇ ਲੱਗਣਾ ਚਾਹੀਦਾ ਕਿ ਹਾਂ ਵੀ ਸਭ ਕੁਝ ਅਚੀਵ ਕਰਕੇ ਦੇਖ ਲਿਆ, ਪਰ ਫਿਰ ਵੀ ਕਿਸੇ ਚੀਜ਼ ਨੂੰ ਕੋਈ ਵੀ ਚੀਜ਼ ਪੂਰੀ ਪਾਈ ਨਹੀਂ ਜਾ ਸਕਦੀ। ਫਿਰ ਜਦੋਂ ਅਸੀਂ ਸਮਝ ਦੇ ਲੈਵਲ ਤੇ ਕੰਮ ਕਰਦੇ ਹਾਂ, ਫਿਰ ਇੱਕ ਠਹਿਰਾਵ ਆਉਂਦਾ, ਉਹਨੂੰ ਆਪਾਂ ਕਹਿ ਸਕਦੇ ਹਾਂ ਸੈਟੀਸਫੈਕਸ਼ਨ। ਕਿ ਹਾਂ ਵੀ ਸਮਝ ਲਿਆ ਕਿ ਇੱਕ ਨੀਡ ਹੁੰਦੀ ਆ, ਇੱਕ ਗਰੀਡ ਹੁੰਦੀ ਆ। ਮੇਰੀ ਨੀਡ ਪੂਰੀ ਆ, ਮੇਰੇ ਕੋਲ ਜੋ ਚਾਹੀਦਾ ਮੇਰੇ ਤੋਂ ਸਭ ਹੈਗਾ, ਗਰੀਡ ਦਾ ਕੋਈ ਅੰਤ ਨਹੀਂ ਹੈਗਾ। ਜਦੋਂ ਇਸ ਚੀਜ਼ ਨੂੰ ਸਮਝਣਾ, ਫਿਰ ਸੈਟੀਸਫੈਕਸ਼ਨ ਆਉਂਦੀ ਆ। ਫਿਰ ਆਉਂਦਾ ਵਾ ਕਿ ਹਾਂ ਇਹਦਾ ਤਾਂ ਕੋਈ ਅੰਤ ਹੀ ਨਹੀਂ ਹੈਗਾ। ਕਿਉਂ ਗਧਿਆਂ ਦੀ ਰੇਸ 'ਚ ਦੌੜਨਾ? ਕੋਈ ਹੋਰ ਚੀਜ਼ ਲੱਭਦੇ ਆ ਕਿ ਜਿਹਦੇ ਵਿੱਚ ਮਨ ਨੂੰ ਸੰਤੁਸ਼ਟੀ ਮਿਲੇ, ਕੁਛ ਏਦਾਂ ਦਾ ਕੰਮ ਕਰਦੇ ਆ ਜਿਹਦੇ ਵਿੱਚ ਇੱਕ ਮਨ ਤੇ ਇੱਕ ਅੰਦਰ ਸੈਟੀਸਫੈਕਸ਼ਨ ਆਵੇ, ਜਿਹੜਾ ਇੱਕ ਸੈਲਫਲੈਸ ਪਰਸਪੈਕਟਿਵ ਤੋਂ ਕੰਮ ਹੋਵੇ, ਕਿ ਜਿਹਦੇ ਵਿੱਚ ਕੁਝ ਪੈਸੇ ਦੀ ਗੱਲ ਨਾ ਹੋਵੇ, ਜਿਹੜਾ ਕੁਝ ਹੋਵੇ ਜੋ ਕਰਕੇ ਮੈਨੂੰ ਮਜ਼ਾ ਆਵੇ, ਜੋ ਕਰਕੇ ਮੇਰਾ ਦਿਲ ਖੁਸ਼ ਹੋਵੇ। ਜਦੋਂ ਆਪਾਂ ਇਦਾਂ ਸੋਚਦੇ ਆ, ਫਿਰ ਇੱਕ ਸੈਟੀਸਫੈਕਸ਼ਨ ਉਹ ਨੈਕਸਟ ਲੈਵਲ ਦਾ ਹੁੰਦਾ। ਉਹਦਾ ਤਾਂ ਵਰਡਸ ਦੇ ਵਿੱਚ ਕੋਈ ਹੈ ਹੀ ਨਹੀਂਗਾ, ਕਿ ਵਰਡਸ ਦੇ ਵਿੱਚ ਤਾਂ ਐਕਸਪਲੇਨ ਹੀ ਨਹੀਂ ਕੀਤਾ ਜਾ ਸਕਦਾ। ਸੋ ਇਹ ਸੀ। ਥੈਂਕ ਯੂ ਲਵਪ੍ਰੀਤ ਫॉर ਆਸਕਿੰਗ ਦਿਸ ਗੁੱਡ ਕੁਐਸਚਨ। ਤੇ ਨੈਕਸਟ ਕੁਐਸਚਨ ਆਪਾਂ ਨੈਕਸਟ ਵੀਡੀਓ 'ਚ ਗੱਲ ਕਰਾਂਗੇ। ਥੈਂਕ ਯੂ ਸੋ ਮਚ।